ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਲੈਕਚਰ ਦੇ ਵਿੱਚ ਕੋਸੈਟ ਬਾਰੇ ਕੁਝ ਪੜਿਆ ਸੀ ਤੇ ਥਿਊਰਮਾਂ ਕੀਤੀਆਂ ਸੀ। ਅੱਜ ਇਹ ਥਿਊਰਮ ਅੱਗੇ ਕੰਟੀਨਿਊ ਕਰਨੀ ਆਪਾਂ। ਹੋਰ ਜੋ ਥਿਊਰਮਾਂ ਆਪਾਂ ਅੱਜ ਕਰਨੀਆਂ ਕਾਫੀ ਇੰਪੋਰਟੈਂਟ ਨੇ ਤੇ ਸਮਝਣ ਵਾਲੀਆਂ ਨੇ। तो ਉਹ ਥਿਊਰਮਾਂ ਦੁਬਾਰਾ ਸਟਾਰਟ ਕਰਨ ਤੋਂ ਪਹਿਲਾਂ ਜੋ ਆਪਾਂ ਰਾਈਟ ਕੋਸੈਟ ਤੇ ਲੈਫਟ ਕੋਸੈਟ ਡਿਫਾਈਨ ਕੀਤਾ ਸੀ ਕੋਈ ਰਿਵਾਈਜ਼ ਕਰ ਲਈਏ। H ਕੋਈ ਸਬ ਗਰੁੱਪ ਆਫ G ਹੈਗਾ ਤਾਂ ਰਾਈਟ ਕੋਸੈਟ ਸੀਗਾ ਆਪਣੇ ਕੋਲ ਕਿ HA ਦੀ ਫਾਰਮ ਦੇ ਐਲੀਮੈਂਟ ਹੋਣਗੇ ਦੇ ਵਿੱਚ, ਜਿਹੜਾ H ਉਹ ਕੈਪੀਟਲ H ਵਿੱਚ ਹੋਊਗਾ। ਇਹਦਾ ਮਤਲਬ ਕੀ ਹੈਗਾ, ਕੈਪੀਟਲ H ਦੇ ਹਰੇਕ ਐਲੀਮੈਂਟ ਨੂੰ ਆਪਾਂ A ਨਾਲ ਪੋਸਟ ਮਲਟੀਪਲਾਈ ਕੀਤਾ ਹੈਗਾ। ਜੋ A ਨਾਲ ਆਪਾਂ ਪੋਸਟ ਮਲਟੀਪਲਾਈ ਕਰਾਂਗੇ ਆ ਸੈੱਟ ਬਣ ਗਿਆ ਆਪਣੇ ਕੋਲ। ਤੇ ਜੋ ਇਹ ਸੈੱਟ ਹੈਗਾ ਆਪਣੇ ਕੋਲ ਇਹਨੂੰ ਰਾਈਟ ਕੋਸੈਟ ਕਹਾਂਗੇ। ਜੇ ਪ੍ਰੀ ਮਲਟੀਪਲਾਈ ਕਰਾਂਗੇ ਤਾਂ ਉਹਨੂੰ ਆਪਾਂ ਲੈਫਟ ਕੋਸੈਟ ਕਹਾਂਗੇ। ਜਿਹੜਾ A ਹੈਗਾ ਉਹ G ਵਿੱਚ ਹੁੰਦਾ। ਆਪਾਂ ਨੇ ਲਾਸਟ ਲੈਕਚਰ ਦੋ ਥਿਊਰਮਾਂ ਪ੍ਰੂਵ ਕੀਤੀਆਂ ਸੀਗੀਆਂ। ਉਹ ਕਿਹੜੀਆਂ ਸੀਗੀਆਂ ਕਿ HA = H ਹੋਊਗਾ ਰਾਈਟ ਕੋਸੈਟ ਵਾਸਤੇ ਵੀ ਲੈਫਟ ਕੋਸੈਟ ਵਾਸਤੇ ਵੀ, if and only if A belongs to H। ਜੇ HA HB ਹੈ ਵੀ if and only if AB ਇਨਵਰਸ belongs to H। ਇਹ ਦੋ ਥਿਊਰਮਾਂ ਦਾ ਆਪਾਂ ਲਾਸਟ ਲੈਕਚਰ 'ਚ ਪ੍ਰੂਵ ਕੀਤਾ ਸੀ। ਅੱਜ ਅੱਗੇ ਹੋਰ ਪ੍ਰੂਫ ਕਰਨੇ ਕਾਫੀ ਇੰਪੋਰਟੈਂਟ ਨੇ ਜੀ, ਤੁਸੀਂ ਦੇਖ ਲਿਓ। मैं स्टेटमेंट पढ़ रहा जी। Any two right or left cosets are either disjoint or identical। ये प्रूव करना अपन। दोनों केस ने आप राइट कोसेट भी ले सकते हैं, लेफ्ट कोसेट भी ले सकते हैं। किसी एक वास्ते प्रूव करना आप। सो राइट वास्ते प्रूव कर रहे हैं, लेफ्ट वास्ते तुसी अपने वास्ते कर लियो प्रूफ। सो कर रहे हैं आप प्रूव की करना अपने। जे कोई भी दो राइट कोसेट लवांगे ਆਪਾਂ HA HB, ਇਹ ਫਿਲਹਾਲ ਦੇਖ ਰਹੇ ਆਪਾਂ ਕਿ ਪ੍ਰੂਫ ਕੀ ਕਰਨਾ। ਜੇ HA ਤੇ HB ਆਪਾਂ ਕੋਈ ਵੀ ਦੋ ਰਾਈਟ ਕੋਸੈਟ ਲੈ ਲੇ ਜਾਂ ਤਾਂ ਇਹ ਡਿਸਜੁਆਇੰਟ ਹੋਣਗੇ। ਡਿਸਜੁਆਇੰਟ ਉਹਨੂੰ ਕਹਿੰਦੇ ਹੈਗੇ ਆ ਜਿਹਦਾ ਇੰਟਰਸੈਕਸ਼ਨ φ ਹੋਵੇ। ਇਹ ਚਾਹੇ ਸਾਈਡ ਤੇ ਨੋਟ ਪਾ ਲਿਓ ਕਿ A and B are disjoint sets if and only if A ਅਤੇ B ਦਾ ਇੰਟਰਸੈਕਸ਼ਨ φ ਹੈ। ਇਹ ਸਮਝ ਸਕਦੇ ਆ ਆਪਾਂ। ਜੁਆਇੰਟ ਹੁੰਦਾ ਹੈਗਾ ਜੋੜ, ਜੋੜ ਮਤਲਬ ਕਾਮਨ, ਡਿਸ ਮਤਲਬ ਉਹਦਾ ਨਿਗੇਸ਼ਨ ਕੀਤਾ ਆਪਾਂ, ਨੈਗੇਟਿਵ ਕੀਤਾ। ਡਿਸਜੁਆਇੰਟ ਕੀ ਹੋਇਆ, ਜਿਹ ਚ ਕੋਈ ਜੁਆਇੰਟ ਨਾ ਹੋਵੇ। ਕੁਝ ਜੁਆਇੰਟ ਮਤਲਬ ਕਾਮਨ, ਜਿੰਨਾਂ ਚ ਕੁਝ ਵੀ ਕਾਮਨ ਨਾ ਹੋਵੇ ਉਹਨੂੰ ਕਹਾਂਗੇ ਆਪਾਂ ਡਿਸਜੁਆਇੰਟ। ਜੇ ਕਾਮਨ ਨਾ ਹੋਵੇ ਤਾਂ ਕੀ ਕਹਾਂਗੇ, ਇੰਟਰਸੈਕਸ਼ਨ ਵਿੱਚ ਉਹ ਐਲੀਮੈਂਟ ਪਾਣੇ ਹੁੰਦੇ ਨੇ ਜਿਹੜੇ ਕਾਮਨ ਨੇ। ਕਾਮਨ ਹੈ ਨਹੀਂ ਕੁਝ ਤਾਂ ਇੰਟਰਸੈਕਸ਼ਨ ਪੱਕਾ ਕੀ ਆਏਗਾ, ਖਾਲੀ ਆਏਗਾ। ਆਪਣੇ ਸ਼ੋ ਕਰਨਾ ਹੈਗਾ ਆਈਦਰ ਜਾਂ ਤਾਂ ਇਹ ਡਿਸਜੁਆਇੰਟ ਹੋਣਗੇ, ਕੁਝ ਕਾਮਨ ਨਹੀਂ ਹੋਊਗਾ, ਜਾਂ ਕੀ ਹੋਊਗਾ, ਜਾਂ ਆਇਡੈਂਟੀਕਲ ਹੋਣਗੇ, ਬਰਾਬਰ ਹੋਣਗੇ। ਹੁਣ ਸਟੇਟਮੈਂਟ ਸਮਝਣੀ ਹੈ ਧਿਆਨ ਨਾਲ। ਜਾਂ ਦੋਨਾਂ 'ਚ ਕੁਝ ਵੀ ਕਾਮਨ ਨਹੀਂ ਹੋਊਗਾ ਜਾਂ ਇਹਨਾਂ ਵਿੱਚ ਸਾਰੇ ਸੈੱਟ ਬਰਾਬਰ ਹੋਣਗੇ। ਇਹ ਸਾਰੇ ਸੈੱਟ ਆਪਸ 'ਚ ਇਕੁਅਲ ਹੋਣਗੇ, ਪੂਰਾ ਸੈੱਟ ਇਕੁਅਲ ਹੋਏਗਾ। ਜਿਵੇਂ ਦੇਖੋ ਇਦਾਂ ਦਾ ਕੇਸ ਨਹੀਂ ਹੋਊਗਾ ਜਿਵੇਂ ਆਪਾਂ ਐਗਜ਼ਾਮਪਲ ਲਈਏ ਕਿ A ਵਿੱਚ 1 2 3 ਆ, B ਵਿੱਚ ਕੀ ਹੈਗਾ 2 3 4। ਇਦਾਂ ਦਾ ਕੇਸ ਇਹਦੇ ਵਿੱਚ ਨਹੀਂ ਹੋਊਗਾ। ਦੇਖੋ ਇਹਨਾਂ 'ਚ ਜੁਆਇੰਟ ਆ ਰਿਹਾ, ਕੀ ਜੁਆਇੰਟ ਆ ਰਿਹਾ 2 3 ਕਾਮਨ ਆ। ਇਹ ਡਿਸਜੁਆਇੰਟ ਨਹੀਂ ਹੈਗੇ ਤੇ ਬਰਾਬਰ ਵੀ ਨਹੀਂ ਹੈਗੇ। ਮਤਲਬ ਇਦਾਂ ਦੇ ਸੈੱਟ ਪੋਸੀਬਲ ਹੁੰਦੇ ਨੇ ਕਿ ਜਾਂ ਤਾਂ ਜੇ ਇਹਨਾਂ ਵਿੱਚ ਕੁਝ ਕਾਮਨ ਨਹੀਂ ਹੈਗਾ, ਜਾਂ ਤਾਂ ਜਿਵੇਂ ਇਹਦੇ ਵਿੱਚ ਲਿਖਿਆ ਆਪਾਂ ਨੇ ਕਿ A ਇੰਟਰਸੈਕਸ਼ਨ B ਜੇ ਖਾਲੀ ਨਹੀਂ ਹੈਗਾ ਤਾਂ ਇਕੁਅਲ ਵੀ ਨਹੀਂ ਹੋਊਗਾ। ਇਦਾਂ ਦੇ ਸੈੱਟ ਹੁੰਦੇ ਨੇ। ਇੰਟਰਸੈਕਸ਼ਨ ਕੁਛ ਨਾ ਕੁਛ ਤਾਂ ਆ ਰਿਹਾ ਆਪਣੇ ਕੋਲ, ਪਰ ਇਹ ਆਪਸ ਦੇ ਵਿੱਚ ਇਕੁਅਲ ਨਹੀਂ ਹੈਗੇ। ਇਦਾਂ ਨਹੀਂ ਹੁੰਦਾ ਕਿ ਜੇ ਕੁਝ ਕਾਮਨ ਨਹੀਂ ਆ ਰਿਹਾ ਤਾਂ ਪੱਕਾ ਬਰਾਬਰ ਹੋਣਗੇ, ਇਦਾਂ ਨਹੀਂ ਹੁੰਦਾ। ਜਿਵੇਂ ਆਪਾਂ ਕਹਿ ਦਈਏ ਆ ਵੀ ਦੇਖ ਲਓ ਐਗਜ਼ਾਮਪਲ 1 2 3 ਆ, B ਲੈ ਲਿਆ ਆਪਾਂ ਨੇ 4 5 6। ਇਹਨਾਂ 'ਚ ਕੁਝ ਕਾਮਨ ਨਹੀਂ ਹੈ। ਜੇ ਕਾਮਨ ਨਹੀਂ ਹੈਗਾ ਇਦਾਂ ਮਤਲਬ ਨਹੀਂ ਕਿ ਦੋਨੇ ਇਕੁਅਲ ਹੋ ਗਏ, ਇਕੁਅਲ ਨਹੀਂ ਹੈਗੇ। ਇਸ ਕੇਸ ਤੇ ਕੋਈ ਕਾਮਨ ਵੀ ਨਹੀਂ ਆ ਰਿਹਾ, ਇਕੁਅਲ ਵੀ ਨਹੀਂ ਹੈਗੇ। ਤਾਂ ਇਹ ਸਿੰਪਲ ਜੀ ਗੱਲ ਨਹੀਂ ਹੈਗੀ, ਇਹ ਅਲੱਗ ਕੁਛ ਹੋਰ ਆ।
मैं दोबारा पढ़ रहा होगा कि ਇਹਦੇ ਵਿੱਚ ਜਾਂ ਤਾਂ ਦੋ ਰਾਈਟ ਕੋਸੈਟ ਦੇ ਵਿੱਚ कुछ भी कॉमन नहीं होगा, जे कुछ कॉमन आ गया तो बिल्कुल बराबर होंगे। आ दो केस प्रूव करने अपन। इदा केस नहीं होगा, इदा केस नहीं होगा कि कुछ के एलीमेंट कॉमन होने, इदा नहीं होगा। जां तां कोई कॉमन नहीं होगा, ये ध्यान रखने गल, जां तां इन्हां दोनों च कोई कॉमन नहीं होगा, जे कॉमन आ रहा तो दोनों सारे एलीमेंट बराबर होंगे, सारे एलीमेंट कॉमन होंगे। इदा कह इदा नहीं होगा कि कुछ एलीमेंट कॉमन हो, सारे ही कॉमन होंगे, भाव मतलब दोनों सैट पक्का बराबर होंगे। गल शो करनी है, मतलब जे कुछ भी कॉमन नहीं आ रहा ठीक है, जे एक भी कॉमन आ गया तो इदा नहीं होगा कि कुछ एलीमेंट कॉमन रहणगे, जे एक भी कॉमन आ गया तो सारे कॉमन होंगे। ये शो करना कि सैट पक्का आपस आइडेंटिकल जां बराबर होंगे। तो स्टेटमेंट सी जी, आप इहदा प्रूफ देखना जी। ਤੇ ਪ੍ਰੂਫ ਸਟਾਰਟ ਕਰ ਰਹੇ ਹਾਂ। ਤੋਂ ਧਿਆਨ ਦੇ ਵਿੱਚ ਹੋਵੇ ਓਵਰਆਲ ਕੇਸਿਸ ਦੀ ਗੱਲ ਕੀਤੀ ਸੀ ਆਪਾਂ ਨੇ, ਜੇ ਲੈਕਚਰ ਪਿਛਲੇ ਲਾ ਰਹੇ ਹੋਵੋਗੇ x > 2 ਤੇ ਕਿੰਨੇ ਕੇਸ ਬਣਨਗੇ, ਜਾਂ 2 ਤੋਂ ਵੱਡਾ ਹੋਊਗਾ ਜਾਂ ਬਰਾਬਰ ਹੋਊਗਾ, ਹੋਰ ਕੇਸ ਕੀ ਹੋ ਸਕਦਾ 2 ਤੋਂ ਛੋਟਾ ਹੋਊਗਾ। ਬਸ ਆ ਤਿੰਨ ਕੇਸ ਬਣਨਗੇ ਇਸ ਕੇਸ। ਓਵਰਆਲ ਕੇਸ ਦੀ ਗੱਲ ਪਹਿਲਾਂ ਕੀਤੀ ਹੋਈ ਆ ਕਿ ਓਵਰਆਲ ਕੇਸ ਕੀ ਨੇ, ਇਸ ਕੇਸ ਚ ਗ੍ਰੇਟਰ ਦੈਨ, ਇਕੁਅਲ ਟੂ, ਲੈਸ ਦੈਨ, ਇਹ ਤਿੰਨ ਕੇਸ ਬਣਨਗੇ। इस केस च किन्ने केस बन गए, जो इक्वल टू दे विच बनाइए, ये डिपेंड करदा, आ दो केस ही बन गए। ओवरऑल केस इदां कह रहे हैं कि देखो इन्हां दोनां विच सारा कवर हो गया, सारे नंबर कवर हो गए इहदे विच। x2 दे बराबर है, x2 दे बराबर नहीं है, कोई नंबर 2 दे बराबर होगा, 2 दे बराबर नहीं होगा, ये सारे नंबर कवर हो गए। तो इहनूं ओवरऑल केसिस कहने आपां, ओवरऑल केसिस। ये पहलां गल कीती हुई हैगी है, किसी मर्जी पर बना सकते, जिवें आ लड़ी आप देखो ओवरऑल केसिस ने। जे गल समझ के चलो ओवरऑल मतलब की हुंदा है कि सारे वास्ते ट्रू ने दोने, कोई भी सैट लाओगे जां तो खाली होगा जां खाली नहीं होगा, इक्वल टू 5 खाली होएगा जां खाली नहीं होगा। कोई इदां दा केस है कि सैट खाली भी होवे खाली ना भी होवे, तो ओवरऑल केस यही बन गए, जां खाली होगा जां खाली नहीं होगा। जिवें आ देखो कोई दो सैट मान लो, जां तां इक्वल होणगे जां इक्वल नहीं होणगे, ये सारे केस आ गए। कोई भी दो सैट सपोज कर लो, जां बराबर होणगे जां बराबर नहीं। तो ये ओवरऑल केस जिहड़े हैगे ने आप अपनी कॉमन सेंस नाल बना सकदे हैगे। सो लेट कर रहे हैं आपां, लेट कर लिया, लेट HA एंड HB be any two right cosets of H in G, right cosets of H in G, where आपा की मन्निया हैगा कि H is subgroup of G मन्निया and A B A G चो लेने होंदे ने। इहदा राइट कोसैट दियां कंडीशंस ने कि सब ग्रुप चाहिए होंदा ते जिन्ना मल्टीप्लाई कर रहे हैगे आ वो एलीमेंट जी चो चाहिए ने। नाउ ओवरऑल केसेस की बन गए, कोई भी दो सैट लवांगे जां तां वो खाली होंगे, कुछ भी कॉमन नहीं होगा, मतलब कोई भी इंटरसेक्शन लवांगे जां तां इंटरसेक्शन खाली आऊगा जां खाली नहीं आऊगा। देखो ओवरऑल केस बन गए सारे। कोई भी दो सैट मान लो ए ते बी, कोई भी दो सैट, ये कॉमन सेंस की गल अपनी, कोई भी दो सैट मान लो ए बी, ओवरऑल की बनूगा, जां तां इन्हां च इन्हां इंटरसेक्शन खाली आऊगा जां खाली नहीं आऊगा, दो ही केस ने। कि कोई होर केस बस जां तां इन्हां च कोई कॉमन नहीं होगा, खाली नहीं आऊगा, मतलब जां एक कॉमन होगा, दो कॉमन होगा, तीन कॉमन होगा, ये बनने ओवरऑल केस। जां तां आ होगा जां आ होगा, इफ जे ये हो गया, ये हो गया, देन थ्योरम इज प्रूव्ड, अपनी थ्योरम प्रूव हो जाएगी।
ਇਹ ਪ੍ਰੂਵ ਕਿਵੇਂ ਹੋ ਜਾਏਗੀ? ਕਿਉਂਕਿ ਆਪਾਂ ਸ਼ੋ ਕਰਨਾ ਜਾਂ ਤਾਂ ਇੰਟਰਸੈਕਸ਼ਨ ਇਹਨਾਂ ਦਾ ਫਾਈ ਹੋਊਗਾ ਜਾਂ ਕੀ ਹੋਣਗੇ ਦੋਨੇ ਆਪਸ ਵਿੱਚ ਆਇਡੈਂਟੀਕਲ। ਜੇ ਇੰਟਰਸੈਕਸ਼ਨ ਫਾਈ ਆ ਗਿਆ ਹੀ ਪ੍ਰੂਵ ਕਰਨਾ ਫਿਰ ਪ੍ਰੂਵ ਹੋ ਜਾਏਗੀ। ਇਫ ਬਟ ਜੇ ਇੰਟਰਸੈਕਸ਼ਨ ਖਾਲੀ ਨਾ ਆਇਆ, ਦੋਨੇ ਕੇਸ ਨੇ, ਜਾਂ ਕੇਸ ਆ ਹੋਊਗਾ ਜਾਂ ਕੇਸ ਆ ਹੋਊਗਾ। ਜੇ ਆ ਕੇਸ ਹੋ ਗਿਆ ਤਾਂ ਆਪਣਾ ਆਂਸਰ ਆ ਗਿਆ, ਪ੍ਰੂਵ ਕਰਨਾ ਸੀ ਆਪਾਂ ਨੇ। ਜੇ ਆਹ ਵਾਲਾ ਕੇਸ ਹੋ ਗਿਆ ਤਾਂ ਆਪਾਂ ਨੇ ਸ਼ੋ ਕਰਨਾ ਹੈਗਾ ਕਿ ਜੇ ਕੁਝ ਵੀ ਕਾਮਨ ਆ ਗਿਆ, ਧਿਆਨ ਦਿਓ ਇਹਦਾ ਮਤਲਬ ਕੀ ਆ, ਇੰਟਰਸੈਕਸ਼ਨ ਖਾਲੀ ਨਹੀਂ ਆ ਰਿਹਾ, ਮਤਲਬ ਕੀ ਹੋ ਗਿਆ ਕਿ ਦੋਨਾਂ ਵਿੱਚ ਕੁਝ ਨਾ ਕੁਝ ਕਾਮਨ ਹੈ। ਆਪਾਂ ਨੇ ਕੀ ਪ੍ਰੂਵ ਕਰਨਾ, ਜੇ ਦੋਨਾਂ ਵਿੱਚ ਕੁਝ ਵੀ ਕਾਮਨ ਆ ਗਿਆ ਤਾਂ ਦੋਨੇ ਰਾਈਟ ਕੋਸੈਟ ਪੱਕਾ ਕੀ ਹੋਣਗੇ, ਬਰਾਬਰ ਹੋਣਗੇ। ਇਹ ਗੱਲ ਸ਼ੋ ਕਰਨੀ ਹੈ। ਮਤਲਬ ਜੇ ਇਹਨਾਂ ਦੋਨਾਂ ਰਾਈਟ ਕੋਸੈਟ 'ਚ ਕੁਝ ਵੀ ਕਾਮਨ ਆ ਗਿਆ ਤਾਂ ਆਪਾਂ ਨੇ ਸ਼ੋ ਕਰਨਾ ਹੈਗਾ ਕਿ ਸਾਰੇ ਐਲੀਮੈਂਟ ਕਾਮਨ ਹੋਣਗੇ, ਮਤਲਬ HA ਇਕੁਅਲ HB ਸ਼ੋ ਕਰਨਾ। ਤਾਂ HA ਇਕੁਅਲ HB ਸ਼ੋ ਕਰਾਂਗੇ ਆਪਾਂ ਇਸ ਕੇਸ ਦੇ। ਧਿਆਨ ਦਿਓ ਜਾਂ ਤਾਂ ਆਹ ਹੋਊਗਾ ਜਾਂ ਆਹ ਹੋਊਗਾ, ਦੋ ਕੇਸ ਬਣਨਗੇ ਓਵਰਆਲ। ਇੱਥੋਂ ਆਪਾਂ ਪ੍ਰੂਵ ਕਰ ਦਵਾਂਗੇ ਜੇ ਇਹ ਆ ਤਾਂ HA ਇਕੁਅਲ HB ਹੋ ਗਿਆ, ਪ੍ਰੂਵ ਕਰ ਦਾਂਗੇ। ਤਾਂ ਕੀ ਗੱਲ ਬਣ ਗਈ, ਓਵਰਆਲ ਦੋ ਕੇਸ ਬਣਨਗੇ ਇਸ ਕੇਸ, ਜਾਂ ਤਾਂ ਇੰਟਰਸੈਕਸ਼ਨ ਫਾਈ ਹੋਊਗਾ ਜਾਂ ਕੀ ਹੋਊਗਾ ਆਇਡੈਂਟੀਕਲ, ਬਿਕੋਜ਼ ਇਹ ਇੱਥੋਂ ਆਪਾਂ ਆ ਚੀਜ਼ ਪ੍ਰੂਵ ਕਰਤੀ। ਜੇ ਕਰਤੀ ਮੰਨ ਲਓ ਕਰਾਂਗੇ ਪ੍ਰੂਵ ਆਪਾਂ, ਜੇ ਆਪਾਂ ਪ੍ਰੂਵ ਕਰਤੀ ਤਾਂ ਇੱਥੋਂ ਕਹਿ ਸਕਦਾ ਕਿ ਓਵਰਆਲ ਥਰੂ ਦੇ ਜਾਂ ਤਾਂ ਇਹ ਡਿਸਜੁਆਇੰਟ ਹੋਣਗੇ ਜਾਂ ਕੀ ਹੋਣਗੇ ਆਇਡੈਂਟੀਕਲ। ਤਾਂ ਹੁਣ ਇੱਥੋਂ ਆ ਚੀਜ਼ ਪ੍ਰੂਵ ਕਰਾਂਗੇ ਬਿਕੋਜ਼ ਆਪਾਂ ਆਇਡੈਂਟੀਕਲ ਪ੍ਰੂਵ ਕਰਨਾ। तो देखो कितना करांगे ਆਪਾਂ। ਹੁਣ ਇਹਨੂੰ ਕਰਨ ਦੇ ਦੋ ਤਰੀਕੇ ਨੇ ਵੈਸੇ, ਜਿਵੇਂ ਇਹ ਆਪਾਂ ਕਰਦੇ ਆ ਰਹੇ ਹਾਂ ਕਿ HA ਇਕੁਅਲ ਟੂ HB ਹੈ, ਦੋ ਸੈੱਟ ਆਪਸ ਵਿੱਚ ਇਕੁਅਲ ਕਿਵੇਂ ਹੋਣਗੇ ਇਹ ਸ਼ੋ ਕਰਨਾ ਆਪਾਂ। ਮੰਨ ਲਓ ਇਹ ਦੋ ਸੈੱਟ ਆਪਸ ਵਿੱਚ ਇਕੁਅਲ ਤਾਂ ਹੋਣਗੇ ਜੇ HA ਸਬਸੈਟ ਆਫ HB ਹੋਊਗਾ ਜਾਂ HB ਸਬਸੈਟ ਆਫ HA ਹੋਊਗਾ। ਇਹ ਦੋਨੇ ਪ੍ਰੂਵ ਕਰਦੇ ਫਿਰ ਆਪਣਾ ਆਂਸਰ ਆ ਜਾਊਗਾ। ਇਹ ਦੋਨੇ ਵੀ ਪ੍ਰੂਵ ਕਰ ਸਕਦੇ ਹਾਂ ਆਪਾਂ, ਇਹ ਮਰਜ਼ੀ ਹੈ, ਪਰ ਇਹ ਥੋੜਾ ਲੰਬਾ ਹੋ ਜਾਏਗਾ। ਆਪਾਂ ਨੇ ਪ੍ਰੂਵ ਕੀਤਾ ਹੈ ਕਿ HA ਇਕੁਅਲ ਟੂ H ਹੁੰਦਾ ਹੈਗਾ, ਧਿਆਨ ਦੇ ਵਿੱਚ ਹੋਵੇ। ਇਹ ਕਦੋਂ ਹੁੰਦਾ, ਇਫ ਐਂਡ ਓਨਲੀ ਇਫ ਜੇ A H ਵਿੱਚ ਪਿਆ ਹੋਵੇ। ਆਹ ਯੂਜ਼ ਕਰਾਂਗੇ ਆਪਾਂ ਥਿਊਰਮ, ਇਹਨਾਂ ਥੋੜਾ ਸੌਖਾ ਹੋ ਜਾਏਗਾ। ਪ੍ਰੂਫ ਆਪਾਂ ਇਦਾਂ ਵੀ ਕਰ ਸਕਦੇ ਹਾਂ, ਜੇ ਕਰਨਾ ਹੋਇਆ ਟਰਾਈ ਤਾਂ ਇਦਾਂ ਆਪ ਟਰਾਈ ਕਰ ਲਿਓ। ਇਹ ਯੂਜ਼ ਕਰਵਾ ਰਹੇ ਹੈਗਾ ਤਾਂ ਸੌਖਾ ਹੋ ਜਾਊਗਾ ਪ੍ਰੂਫ। ਸੋ ਦੇਖਦੇ ਹਾਂ ਆਪਾਂ ਇਹਦਾ ਮਤਲਬ ਕੀ ਬਣ ਗਿਆ ਕਿ ਇੰਟਰਸੈਕਸ਼ਨ ਖਾਲੀ ਨਹੀਂ ਹੈਗਾ। ਜੇ A ਤੇ B ਦਾ ਇੰਟਰਸੈਕਸ਼ਨ ਖਾਲੀ ਨਹੀਂ ਹੈਗਾ, ਮਤਲਬ ਕੀ ਬਣ ਗਿਆ ਕਿ ਇੰਟਰਸੈਕਸ਼ਨ ਦੇ ਵਿੱਚ ਪੱਕਾ ਕੁਝ ਨਾ ਕੁਝ ਤਾਂ ਆਊਗਾ ਹੀ ਆਊਗਾ। ਉਰੇ ਘੱਟੋ ਘੱਟ ਇੱਕ ਐਲੀਮੈਂਟ ਦਾ ਪਾਣੀ ਹੀ ਪੈਣਾ ਆਪਾਂ ਨੂੰ, ਕਿਉਂਕਿ ਜੇ ਕੋਈ ਐਲੀਮੈਂਟ ਨਹੀਂ ਪਾਵਾਂਗੇ ਤਾਂ ਖਾਲੀ ਹੋ ਜਾਣਾ। ਫਾਈ ਕਹਿੰਦੇ ਆਪਾਂ, ਤਾਂ ਖਾਲੀ ਆਪਾਂ ਨਹੀਂ ਹੋਣ ਦੇਣਾ। ਤਾਂ ਇੱਥੇ ਘੱਟੋ ਘੱਟ ਇੱਕ ਐਲੀਮੈਂਟ ਪਾਣਾ ਪੈਣਾ। ਹੁਣ ਲੱਗ ਗਿਆ ਪਤਾ ਖਾਲੀ ਨਹੀਂ ਹੈਗਾ, ਇਹ ਵੀ ਹੋ ਸਕਦਾ ਦੋ ਐਲੀਮੈਂਟ ਵੀ ਪਾ ਸਕਦੇ ਆ, ਤਿੰਨ ਵੀ ਪਾ ਸਕਦੇ ਆ। ਮਤਲਬ ਜੇ ਆਪਾਂ ਨੇ ਸ਼ੋ ਕਰਨਾ ਕਿ ਖਾਲੀ ਨਹੀਂ ਹੈਗਾ ਤਾਂ ਤੁਹਾਨੂੰ ਇੰਟਰਸੈਕਸ਼ਨ ਵਿੱਚ ਘੱਟੋ ਘੱਟ ਇੱਕ ਐਲੀਮੈਂਟ ਪਾਣਾ ਪੈਣਾ। ਇਹ ਪੱਕਾ ਐਗਜ਼ਿਸਟ ਹੋਣਾ ਚਾਹੀਦਾ, ਇੱਕ ਐਲੀਮੈਂਟ ਤਾਂ ਪੱਕਾ ਐਗਜ਼ਿਸਟ ਹੋਣਾ ਚਾਹੀਦਾ। ਤੇ ਇੱਥੋਂ ਕਹਾਂਗੇ therefore there exists X belongs to HA HB intersection। ਆ ਦੇਖ ਲਓ ਧਿਆਨ ਨਾਲ, ਮਤਲਬ ਇੱਕ ਐਲੀਮੈਂਟ ਜਿਹੜਾ ਹੋਊਗਾ ਉਹ ਪੱਕਾ ਐਗਜ਼ਿਸਟ ਕਰੇਗਾ HA ਇੰਟਰਸੈਕਸ਼ਨ HB ਵਿੱਚ, ਪੱਕਾ ਇੱਕ ਦਾ ਪੱਕਾ ਐਗਜ਼ਿਸਟ ਕਰੇਗਾ। X ਦਾ ਪੱਕਾ ਹੋਊਗਾ ਹੀ ਹੋਊਗਾ। ਇਹਨੂੰ ਇਦਾਂ ਪਾ ਸਕਦੇ ਜਾਂ ਆਪਾਂ ਇਦਾਂ ਪਾ ਸਕਦੇ, ਔਰ ਇਹਨੂੰ ਇਦਾਂ ਵੀ ਪਾ ਸਕਦੇ ਹਾਂ। therefore there exists at least at least X belongs to HA intersection HB। ਜਾਂ ਇਦਾਂ ਪਾ ਸਕਦੇ ਕਿ at least A ਘੱਟੋ ਘੱਟ ਇੱਕ ਦਾ ਪੱਕਾ X ਆਊਗਾ ਇਹਦੇ ਵਿੱਚ। ਜਿਸ ਤਰ੍ਹਾਂ ਮਰਜ਼ੀ ਸਿੱਧਾ ਵੀ ਪਾ ਸਕਦੇ ਹਾਂ, ਇਦਾਂ ਵੀ ਪਾ ਸਕਦੇ ਹਾਂ, ਜਿਸ ਤਰ੍ਹਾਂ ਮਰਜ਼ੀ ਪਾ ਲਓ। ਹੁਣ ਦੇਖੋ ਇੰਟਰਸੈਕਸ਼ਨ ਵਿੱਚ ਕਿਹੜੇ ਐਲੀਮੈਂਟ ਆਉਣਗੇ। ਜਿਹਦਾ ਮਤਲਬ ਬਣ ਗਿਆ ਜੋ X ਹੈ ਇਹ ਇੰਟਰਸੈਕਸ਼ਨ ਤਾਂ ਆਇਆ ਬਿਕੋਜ਼ X ਦੋਹਾਂ ਵਿੱਚ ਆ ਰਿਹਾ, HA ਵਿੱਚ ਵੀ ਆ ਰਿਹਾ HB ਵਿੱਚ ਵੀ, ਤਾਂ ਇੰਟਰਸੈਕਸ਼ਨ ਚ ਜਾਂ ਇੰਟਰਸੈਕਸ਼ਨ ਵਿੱਚ ਉਹ ਐਲੀਮੈਂਟ ਆਉਣਗੇ ਜੋ ਪਹਿਲੇ ਵਿੱਚ ਵੀ ਹੋਵੇ ਅਤੇ ਦੂਜੇ ਵਿੱਚ ਵੀ ਹੋਵੇ। ਹੁਣ X ਇਹਦੇ ਵਿੱਚ ਆ ਰਿਹਾ, ਇਹਦੇ ਵਿੱਚ ਐਲੀਮੈਂਟ ਕਿਸ ਫਾਰਮ ਦੇ ਨੇ, ਕੈਪੀਟਲ H ਦੇ ਐਲੀਮੈਂਟਸ ਨੂੰ A ਨਾਲ ਮਲਟੀਪਲਾਈ ਕੀਤਾ ਹੋਇਆ, ਕੈਪੀਟਲ H ਦੇ ਐਲੀਮੈਂਟਸ ਨੂੰ A ਨਾਲ
पोस्ट मल्टीप्लाई किया होया हैगा वो राइट कोसैट विच आ रहे। हुण x ਇਹਦੇ ਵਿੱਚੋਂ ਮੰਨਿਆ, जे x ਇਹਦੇ ਵਿੱਚੋਂ ਆ ਤਾਂ ਆਪਾਂ ਕਹਿ ਸਕਦੇ ਹਾਂ therefore x ਪੱਕਾ h1 a ਦੇ ਬਰਾਬਰ ਹੋਊਗਾ for some h1 belongs to h। ध्यान दियो x किसी एक दे बराबर होगा, ਇਹਦੇ ਚ एलिमेंट मैं पा के दिखा रहा एच ए विच एलिमेंट की ने ਇਹਦੇ ਵਿੱਚ मान लो h1 h2 h3 इधर एलिमेंट ने मान लो सोन, तो x किसी एक दे बराबर होगा, ਇਹਦੇ ਵਿੱਚੋਂ ਲਿਆ ਆਪਾਂ ਨੇ। ਜੇ ਕਿਸੇ ਇੱਕ ਦੇ ਬਰਾਬਰ ਹੋਊਗਾ ਮੈਂ ਇਹਦੇ ਬਰਾਬਰ ਮੰਨ ਲਿਆ, ਸਪੋਜ਼ ਕਰ ਲਿਆ। ਫॉर ਸਮ ਧਿਆਨ ਰੱਖਣਾ ਹੁੰਦਾ ਕਿ ਇਹ ਇੱਕ ਵੈਲਿਊ ਮੰਨੀ ਹੈ, ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, ਇਹ ਇੱਕ ਵੈਲਿਊ ਮੰਨੀ ਹੈ ਆਪਾਂ ਨੇ। ਆਲਸੋ ਜਿਹੜੇ ਨਾਲ ਹੀ ਪਾ ਲੈਣੇ एंड देखो गौर एक्स एच भी चार है, इस विच किधर एलिमेंट होंगे एच दे एलिमेंट नू पोस्ट मल्टीप्लाई किया बी दे एलिमेंट्स नू, तो एक्स पक्का की होगा h2 b दी फॉर्म दा होगा फॉर सम h2 बिलोंग्स टू h। ए भी x आ जी, देयरफॉर h1 a पक्का h2 b दे बराबर आ गया जी, दोनों x ने। इथों a कटना अपने a कटना मतलब कि खत्म करना, इनू खत्म किवें करांगे ध्यान च होगा जी, इनू प्री मल्टीप्लाई करांगे h1 इनवर्स नाल, प्री मल्टीप्लाई। हुण ये गल्लां जो है ये ध्यान नाल देखणियां ने। हुण कहता इत्ता कि प्री मल्टीप्लाई बाय h इनवर्स ऑन बोथ साइड, ये लिखता इत्ता। हुण ये गल इदां नहीं कि आपां किसी भी नंबर नाल प्री मल्टीप्लाई कर सकते हैं, ये अपना दिमाग आपां नाल चलाई जाना कि इनवर्स की गल किवें करती आपां कि एच दा इनवर्स निकलूगा, ये पता आपां नूं। प्री नंबर नाल मल्टीप्लाई तां कर लवांगे, एच दा इनवर्स पक्का एग्जिस्ट करेगा, ये गल्लां आपां सोचनियां नाल। ये सोच लो कि एच दा इनवर्स एग्जिस्ट करेगा जी, ये एग्जिस्ट करेगा, क्यों एग्जिस्ट करेगा h1 सॉरी एग्जिस्ट तां करेगा बिकॉज h1 h च मन्निया, h की है सब ग्रुप ऑफ g, सब ग्रुप ऑफ g की हुंदा सबसेट ऑफ g, तो h1 किहदे विच आ गया g च आ गया, ग्रुप च आ गया। जां इदां करो सीधा भी कह सकते हैं आपां h1 h विच आ रहा, h की है सब ग्रुप की हुंदा खुद आप ग्रुप हुंदा, खुद आप ग्रुप च ओहदा इनवर्स पक्का एग्जिस्ट करेगा, तां इनवर्स की गल आपां कर सकदे। ये निक्कियां निक्कियां गल्लां ध्यान रखणियां हुंदियां ने। इहनू मल्टीप्लाई किया आपने जी, तो आ गया therefore h1 इनवर्स h1 a इक्वल टू h1 इनवर्स h2b। हुण ये कर सकते हैं आप इकट्ठा बिकॉज सारे एलिमेंट ग्रुप दे ने, ਉਹਦੇ ਵਿੱਚ एसोसिएटिव ला लगेगा जी। लिखण की लोड़ नहीं हैगी पर तुहानूं पता होना चाहिए कि स्टैप किद्दां करने। ये ई है, हुणे दसना पैना क्योंकि आपां ई बारे किते गल नहीं कीती हैगी, ई बारे आपां किते गल नहीं कीती हैगी। वेयर ई इज आइडेंटिटी इन जी, एच ले लो, ये एच च आइडेंटिटी एलिमेंट, तो इत्थों आ गया ए एच बी, इन्हूं एच मान लिया किवें, वेयर आपां ने एच मन्निया हैगा h1 इनवर्स h2, इन्हूं एच मन्निया, किदां मन्निया, यही एलिमेंट गौर नाल देखो एच च मन्निया, ये भी एलिमेंट आप एच च मन्निया, दोनों एच च ने। जे ये एलिमेंट एच विच एच सब ग्रुप आ, खुद आप ग्रुप होगा, ओहदा इनवर्स भी एच च आऊगा।
ਇਹ ਸਾਰਾ ਐਲੀਮੈਂਟ ਜੋ ਹੈਗਾ ਇਹ ਵੀ H ਚ ਆ, ਇਹ ਵੀ H ਚ ਆ। H ਦੇ ਐਲੀਮੈਂਟ H ਨਾਲ ਮਲਟੀਪਲਾਈ ਕਰਾਂਗੇ ਤਾਂ H ਵਿੱਚ ਹੀ ਆਊਗਾ ਬਾਈ ਕਲੋਜ਼ ਪ੍ਰੋਪਰਟੀ। ਇਹ ਸਿੱਧਾ ਲਿਖਣ ਦੀ ਲੋੜ ਨਹੀਂ, ਲਿਖ ਲਓਗੇ ਤਾਂ ਚੰਗੀ ਗੱਲ ਆ, ਸਿੱਧਾ ਵੀ ਆਪਾਂ ਲਿਖ ਸਕਦੇ ਹਾਂ। ਤਾਂ ਇੱਥੇ ਪਹੁੰਚ ਗਏ। ਹੁਣ ਇਹ ਲੋੜ ਕੀ ਪੈਣੀ ਉਹ ਦੇਖੋ ਗੌਰ ਨਾਲ। ਤਾਂ ਇਹ ਕੋਲ ਆਪਾਂ HB ਸ਼ੋ ਕਰਤਾ। ਨਾਓ HA ਲਿਆ ਆਪਾਂ ਨੇ, HA A ਦੀ ਵੈਲਿਊ ਭਰਤੀ। A ਕੀ ਹੈਗਾ HB। ਹੁਣ ਇਹ ਗੱਲ ਸਮਝ ਕੇ ਕਰਨੀ ਆ, ਇਹ H ਇਹ B, ਇਹ ਸਮਝਣਾ ਇਹ 'ਚ ਫਰਕ ਹੀ। ਇਹ ਐਸੋਸੀਏਟਿਵ ਲਾ ਹੈਗਾ ਤਾਂ ਹੈ, ਪਰ ਜਿਹੜੇ ਧਿਆਨ ਨਾਲ ਦੇਖਣ ਲੱਗ ਜਾਊਗਾ ਪਤਾ ਕਿ ਇਹ ਤਿੰਨੇ ਐਲੀਮੈਂਟ ਨਹੀਂ ਹੈਗੇ। ਇਹ ਸੈੱਟ ਆ, ਇਹ ਦੋ ਐਲੀਮੈਂਟ ਨੇ। ਜੇ ਤਿੰਨੇ ਐਲੀਮੈਂਟ ਹੁੰਦੇ ਫਿਰ ਤਾਂ ਆਪਾਂ ਬ੍ਰੈਕਟਾਂ ਚੇਂਜ ਕਰ ਸਕਦੇ ਹਾਂ, ਪਰ ਇਹ ਨਵੀਂ ਚੀਜ਼ ਆ ਗਈ ਕਿ ਇਹ ਸੈੱਟ ਆ, ਇਹ ਦੋ ਐਲੀਮੈਂਟ ਨੇ। ਸੈੱਟ ਤੇ ਐਲੀਮੈਂਟ ਆਪਾਂ ਇਦਾਂ ਬ੍ਰੈਕਟ 'ਚ ਪਾ ਲਏ, ਇਹ ਕੋਈ ਫਰਕ ਨਹੀਂ ਪੈਂਦਾ ਹੈਗਾ ਜੀ। ਇਹ ਕਿਵੇਂ ਕਿਵੇਂ ਰਿਹਾ ਦੇਖਿਓ ਧਿਆਨ ਨਾਲ। ਜਿਵੇਂ ਪਹਿਲਾਂ ਆਹ ਦੋ ਮਲਟੀਪਲਾਈ ਕੀਤੇ ਨੇ, ਬ੍ਰੈਕਟ ਦਾ ਮਤਲਬ ਹੁੰਦਾ ਪਹਿਲਾਂ ਆਹ ਸੋਲਵ ਕਰਨਾ, ਪਹਿਲਾਂ ਆਹ ਦੋ ਮਲਟੀਪਲਾਈ ਕੀਤੇ ਨੇ, ਉਹਨੂੰ ਫਿਰ H ਨਾਲ ਮਲਟੀਪਲਾਈ ਕੀਤਾ, H ਦੇ ਐਲੀਮੈਂਟ ਨਾਲ ਮਲਟੀਪਲਾਈ ਕੀਤਾ। ਇੱਥੇ ਕੀ ਹੈਗਾ, ਪਹਿਲਾਂ ਸਿੰਪਲ ਸਮਾਲ h ਨੂੰ ਮਲਟੀਪਲਾਈ ਕੀਤਾ, ਪੋਸਟ ਮਲਟੀਪਲਾਈ h ਦੇ ਐਲੀਮੈਂਟ ਨਾਲ, ਫਿਰ ਬਾਅਦ ਚੋਂ b ਨੂੰ ਕੀਤਾ। ਇਹ ਫਰਕ ਹੁੰਦਾ ਇਹਦੇ ਵਿੱਚ। ਜਿਸ ਤਰ੍ਹਾਂ ਮਰਜ਼ੀ ਮਲਟੀਪਲਾਈ ਕਰ ਲੋਗੇ, h1 ਐਲੀਮੈਂਟ ਆ ਮੰਨ ਲਓ, h ਦਾ ਐਲੀਮੈਂਟ ਹੈ, ਇਹਨੂੰ ਚਾਹੇ hb ਨਾਲ ਇਕੱਠਾ ਮਲਟੀਪਲਾਈ ਕਰ ਲਓ, ਜਾਂ ਇਹਨੂੰ ਪਹਿਲਾਂ h ਨਾਲ ਮਲਟੀਪਲਾਈ ਕਰ ਲਓ, ਬਾਅਦ ਚੋਂ b ਨਾਲ ਮਲਟੀਪਲਾਈ ਕਰ ਲਓ। ਮਤਲਬ ਹੈ ਇਹ ਐਸੋਸੀਏਟਿਵ ਲਾ ਹੀ ਆ, ਐਸੋਸੀਏਟਿਵ ਲਾ ਨਾਲ ਕੀਤਾ ਆਪਾਂ। ਪਹਿਲੇ ਪਾਰਟ 'ਚ ਇਹ ਹੋ ਰਿਹਾ ਕਿ h ਦੇ ਕੈਪੀਟਲ H ਦਾ ਐਲੀਮੈਂਟ ਲੈ ਲਿਆ ਮੈਂ h1, ਇਹਨੂੰ ਪਹਿਲਾਂ ਇਹਨਾਂ ਮਲਟੀਪਲਾਈ ਕਰਤਾ ਇਕੱਠਾ, ਦੂਜੇ ਕੇਸ 'ਚ ਪਹਿਲਾਂ h ਨਾਲ ਮਲਟੀਪਲਾਈ ਹੋਇਆ ਜੀ, ਫਿਰ b ਨਾਲ। ਇਹ ਸੇਮ ਹੀ ਆਊਗਾ ਆਂਸਰ। ਹੁਣ ਇਹ ਫਾਇਦਾ ਕੀ ਹੋਊਗਾ, ਇਹ ਐਲੀਮੈਂਟ ਕਿਹਦੇ ਵਿੱਚ h 'ਚ, ਜੇ h ਦੇ ਐਲੀਮੈਂਟ ਨੂੰ h ਨਾਲ ਮਲਟੀਪਲਾਈ ਕਰਾਂਗੇ ਤਾਂ h ਹੀ ਆਊਗਾ। ਇਹ ਲਿਖ ਦਿਓ ਬਿਕੋਜ਼ h a equal to h, ਇਹਨੂੰ ਕਹਿੰਦੇ ਆਪਾਂ if and only if a belongs to h। ਇਹ ਪ੍ਰੂਵ ਹੋ ਗਿਆ। ਮਤਲਬ ਆਪਾਂ ਨੇ ਸ਼ੋ ਕਰਤਾ therefore ha equal to h। ਮਤਲਬ ਜੇ ਕੋਈ ਵੀ x ਕਾਮਨ ਆ ਗਿਆ ਤਾਂ ਸੈੱਟ ਦੋਨੇ ਸਾਰੇ ਐਲੀਮੈਂਟ ਕਾਮਨ ਹੋਣਗੇ, ਮਤਲਬ ਸੈੱਟ ਦੋਨੇ ਪੱਕਾ ਬਰਾਬਰ ਹੋਣਗੇ। ਇਹ ਆਪਾਂ ਨੇ ਪ੍ਰੂਵ ਕਰਨਾ ਸੀਗਾ। therefore ਕੀ ਪ੍ਰੂਵ ਕੀਤਾ ਆਪਾਂ ਨੇ, therefore ਜਾਂ ਤਾਂ ਆਈਦਰ ਦੋਨਾਂ ਵਿੱਚ ਕੁਝ ਕਾਮਨ ਨਹੀਂ ਹੋਊਗਾ, ਜਾਂ ਕੀ ਹੋਊਗਾ ਦੋਨੇ ਆਇਡੈਂਟੀਕਲ ਹੋਣਗੇ। ਇਹ ਆਪਾਂ ਨੇ ਪ੍ਰੂਵ ਕੀਤਾ। ਇਹ ਥਿਊਰਮ ਕਾਫੀ ਇੰਪੋਰਟੈਂਟ ਹੈ ਜੀ, ਇਹ ਪੜ੍ਹ ਲਿਓ ਧਿਆਨ ਨਾਲ। ਇੱਕ ਥਿਊਰਮ ਹੋਰ ਕਰਨੀ ਆਪਾਂ ਇਸ ਤੋਂ ਬਾਅਦ, ਉਹ ਵੀ ਕਾਫੀ ਇੰਪੋਰਟੈਂਟ ਹੈ ਜੀ। ਸਟੇਟਮੈਂਟਾਂ ਸਾਰੀਆਂ ਧਿਆਨ ਰੱਖਣੀਆਂ ਨੇ, ਇਹ ਯੂਜ਼ ਕਰਾਂਗੇ ਸਟੇਟਮੈਂਟ ਆਪਾਂ। ਨੈਕਸਟ ਹੈਗੀ ਆ ਦਾ ਗਰੁੱਪ G is equal to union of all right cosets, ਨਾਲ ਵੀਰੇ ਨਾਲ ਇਦਾਂ ਵੀ ਆ ਸਰ, all left coset of H in G। ਜਿੰਨੇ ਵੀ H ਦੇ ਰਾਈਟ ਕੋਸੈਟ ਬਣਨਗੇ ਉਹਨਾਂ ਸਾਰਿਆਂ ਦੇ ਅਗਰ ਆਪਾਂ ਯੂਨੀਅਨ ਕਰਾਂਗੇ ਉਹ ਗਰੁੱਪ ਦੇ ਬਰਾਬਰ ਆਏਗਾ, ਉਹ ਪੱਕਾ ਗਰੁੱਪ ਦੇ ਬਰਾਬਰ ਆਏਗਾ ਜੀ। ਜਿਵੇਂ ਜੀ ਵੈਸੇ ਸਮਝਾਉਣ ਵਾਸਤੇ ਲੈ ਰਿਹਾ ਮੈਂ, ਜੀ ਕੋਈ ਵੀ ਆਪਾਂ ਨੇ ਆ ਗਰੁੱਪ ਲੈ ਲਿਆ 1 -1 ਆਇਓਟਾ ਮਾਈਨਸ ਆਇਓਟਾ ਗਰੁੱਪ ਆ ਜੀ, H ਉਹਦਾ ਸਬ ਗਰੁੱਪ ਲੈ ਲਿਆ 1 -1, ਇਹ ਸਬ ਗਰੁੱਪ ਆਫ G। ਰਾਈਟ ਕੋਸੈਟ ਕਿਹੜੇ ਬਣਨਗੇ, ਇੱਕ ਤਾਂ G ਦੇ ਐਲੀਮੈਂਟ ਨਾਲ ਇੱਕ H1 ਨਾਲ ਮਲਟੀਪਲਾਈ ਕਰਤਾ, ਇੱਕ -1 ਨਾਲ ਮਲਟੀਪਲਾਈ ਕਰਤਾ, ਇੱਕ ਆਇਓਟਾ ਨਾਲ, ਇੱਕ ਮਾਈਨਸ ਆਇਓਟਾ। ਇਹ ਰਾਈਟ ਕੋਸੈਟ ਬਣ ਗਏ।
ਇਹਨਾਂ ਸਾਰਿਆਂ ਦੀ अगर ਆਪਾਂ यूनियन करांगे, ਸਾਰਿਆਂ ਦੀ ਜੇ ਆਪਾਂ यूनियन करांगे, ਇਹਨੂੰ ਸੋਲਵ ਕਰਾਂਗੇ, ਆ ਸੋਲਵ ਕਰਾਂਗੇ, ਸਾਰੇ ਸੋਲਵ ਕਰ ਲਾਂਗੇ। ਇਹ ਸਾਰਿਆਂ ਦੀ ਅਗਰ ਆਪਾਂ यूनियन ਕਰਾਂਗੇ ਤਾਂ ਇਹ ਪੱਕਾ ਗਰੁੱਪ ਬਣੇਗਾ। ਇਹ ਤੁਸੀਂ ਕਰਕੇ ਦੇਖ ਲਿਓ। H1 ਕੱਢ ਲਿਓ, ਇਹ 1 ਨਾਲ ਮਲਟੀਪਲਾਈ ਕਰਨਾ, ਇਹ -1 ਨਾਲ ਪੋਸਟ ਮਲਟੀਪਲਾਈ, ਇਹ ਆਊਟਰ ਨਾਲ ਕਰਨਾ, ਮਾਈਨਸ ਆਊਟਰ ਨਾਲ ਕਰਨਾ, ਵੇ ਸਾਰੇ ਐਲੀਮੈਂਟ ਇਕੱਠੇ ਕਰ ਲਿਓ, ਇਹ ਪੱਕਾ ਗਰੁੱਪ ਬਣੇਗਾ। ਇਹ ਆਪਾਂ ਸ਼ੋਅ ਕਰਨਾ, ਮਤਲਬ ਕਿ ਕੋਈ ਗਰੁੱਪ ਆ, ਉਹਦੇ ਜਿੰਨੇ ਵੀ ਰਾਈਟ ਕੋਸੈਟ ਬਣਨਗੇ ਉਹਨਾਂ ਸਾਰਿਆਂ ਦੀ ਅਗਰ ਆਪਾਂ यूनियन ਕਰਾਂਗੇ ਤਾਂ ਪੱਕਾ ਗਰੁੱਪ ਦੇ ਬਰਾਬਰ ਹੋਊਗਾ। ਹੁਣ ਇਹ ਆਪਾਂ ਲਿਖ ਕਿਵੇਂ ਰਹੇ ਹਾਂ, ਲਿਖਣ ਦਾ ਤਰੀਕਾ ਕੀ ਹੈ ਉਹ ਦੇਖੋ। ਜੇ ਆਪਾਂ ਮੰਨ ਲਓ ਲੈਟ ਕਰ ਲਿਆ, ਥਿਊਰਮ ਸਟਾਰਟ ਕਰਨੀ ਹੈ, ਸਮਝਾਉਣਾ ਪਹਿਲਾਂ ਲਿਖਣਾ ਕਿਵੇਂ। A, E, A, B, C ਇਹ ਸਾਰੇ G ਵਿੱਚੋਂ ਲਏ ਨੇ, ਜਾਂ ਐਂ ਪਾ ਲਓ R ਦਾ ਐਲੀਮੈਂਟ ਜੇ ਬਿਲੋਂਗਸ ਟੂ G ਕਰ। E ਤਾਂ ਪਾਇਆ ਕਿਉਂਕਿ ਆਇਡੈਂਟੀਟੀ ਐਲੀਮੈਂਟ ਪੱਕਾ ਹੋਊਗਾ, ਬਾਕੀਆਂ ਬਾਰੇ ਕੁਝ ਨਹੀਂ ਪਤਾ, ਉਹਨੂੰ ਆਪਾਂ ABC ਮੰਨ ਲਿਆ। ਤਾਂ ਰਾਈਟ ਕੋਸੈਟ ਕਿੰਨੇ ਬਣਨਗੇ ਇਹਦੇ, ਇਹਨੂੰ ਰਾਈਟ ਨਾਲ ਮਲਟੀਪਲਾਈ ਕੀਤਾ HE, ਇਹ ਪੱਕਾ HE ਆਊਗਾ। H ਦੇ ਐਲੀਮੈਂਟ E ਨਾਲ ਆਇਡੈਂਟੀਟੀ ਨਾਲ ਮਲਟੀਪਲਾਈ ਕਰਾਂਗੇ ਤਾਂ H ਦੇ ਐਲੀਮੈਂਟ ਹੀ ਬਣਨਗੇ। ਦੂਜਾ ਕੀ ਆਊਗਾ HA, HB, HC, ਇਹ ਸਾਰੇ ਰਾਈਟ ਕੋਸੈਟ ਆਉਣਗੇ। ਆਪਾਂ ਨੇ ਕੀ ਸ਼ੋਅ ਕਰਨਾ ਹੈਗਾ, ਜਿਹੜਾ G ਹੋਊਗਾ ਇਹਨਾਂ ਸਾਰਿਆਂ ਦਾ यूनियन ਹੋਊਗਾ। ਇਹ ਸੋਨ ਚੱਲੀ ਜਾ ਰਹੇ ਨੇ, ਜਿੰਨੇ ਵੀ ਰਾਈਟ ਕੋਸੈਟ ਬਣਨਗੇ ਉਹਨਾਂ ਸਾਰਿਆਂ ਦਾ यूनियन ਜਿਹੜਾ ਹੋਊਗਾ ਉਹ G। ਇੱਕ ਤਾਂ ਆਹ ਤਰੀਕਾ ਮਿਲਾ ਕੇ ਪ੍ਰੂਵ ਕਰਨੀ ਹੈ। ਇੱਕ ਹੋਰ ਦੇਖੋ, ਮੈਂ ਉਹ ਤਰੀਕਾ ਉਹੀ ਯੂਜ਼ ਕਰੂੰਗਾ, ਇਹ ਤਾਂ ਤੇ ਜੋ ਤਰੀਕਾ ਕਰਵਾਉਣ ਲੱਗਿਆ ਉਹ ਯੂਜ਼ ਕਰੂੰਗਾ ਜੀ। ਉਹਦੇ ਚ ਮੈਥਮੈਟਿਕਲ ਸਿੰਬਲ ਆਉਣਗੇ, ਪਹਿਲਾਂ ਵੈਸੇ ਯੂਜ਼ ਵੀ ਕੀਤਾ ਹੋਇਆ ਆਪਾਂ ਨੇ, ਉਹ ਤਾਂ ਉਦਾਂ ਪ੍ਰੂਵ ਕਰਵਾ ਰਹੇ ਆ, ਬੁੱਕ ਚ ਇਦਾਂ ਕੀਤਾ ਹੋਇਆ ਜੀ, ਤਾਂ ਉਦਾਂ ਪ੍ਰੂਵ ਕਰਵਾ ਰਹੇ ਹੈਗੇ, ਤੁਹਾਨੂੰ ਸਿੰਬਲ ਦੀ ਪ੍ਰੈਕਟਿਸ ਹੋ ਜੇ। ਸਿੰਬਲ ਕਿਵੇਂ ਆ, ਇਹਦਾ ਮਤਲਬ ਕੀ ਹੈ। ਗੌਰ ਨਾਲ ਦੇਖੋ ਇਹ ਕੀ ਹੈ। ਇਹ ਪਹਿਲਾਂ ਸਾਈਨ ਪੜਿਆ ਆਪਾਂ ਇੰਟਰਸੈਕਸ਼ਨ ਵਿੱਚ, ਮਤਲਬ ਜਿੰਨੇ ਵੀ A G ਚ ਨੇ ਉਹ ਸਾਰੇ ਆਪਾਂ ਇਹ ਚ ਭਰਨੇ, ਇਹਦੇ ਵਿੱਚ ਭਰਨੇ। ਇਹ ਮਤਲਬ ਜਨਰਲ ਐਲੀਮੈਂਟ ਆ, ਜਨਰਲ ਐਲੀਮੈਂਟ। ਇਹ ਆਪਾਂ ਕੀ ਮੰਨਿਆ ਹੈਗਾ, ਜਨਰਲ ਐਲੀਮੈਂਟ। ਪਹਿਲਾ ਐਲੀਮੈਂਟ G ਦਾ ਐਲੀਮੈਂਟ ਭਰਨੇ ਆਪਾਂ ਇੱਥੇ, G ਦਾ ਐਲੀਮੈਂਟ ਪਹਿਲਾਂ ਭਰਿਆ ਆਪਾਂ ਨੇ, E ਭਰਿਆ ਕੀ ਬਣ ਜਾਊਗਾ H। ਦੂਜਾ G ਦਾ ਐਲੀਮੈਂਟ ਲਿਆ ਆਪਾਂ, A ਭਰਿਆ, ਉਹ ਕੀ ਆ ਗਿਆ HA। ਅੱਗੇ ਲਿਆ ਆਪਾਂ ਨੇ, ਉਹ ਕੀ ਆ ਗਿਆ HB। ਅੱਗੇ ਲਿਆ ਆਪਾਂ ਨੇ ਉਹ HC। ਇਹ ਸੋਨ ਕਾਫੀ ਸਾਰੇ ਆਉਣਗੇ ਸੈੱਟ, ਸਾਰੇ ਜਿੰਨੇ ਵੀ G ਦੇ ਐਲੀਮੈਂਟ ਨੇ ਉਹ ਸਾਰੇ ਆਪਾਂ ਇਹ ਚ ਭਰਨੇ ਆਪਾਂ, ਮਤਲਬ ਜਿੰਨੇ ਵੀ G ਦੇ ਐਲੀਮੈਂਟ ਨੇ ਉਹਨਾਂ ਦੇ ਕੋਰਸਪੋਂਡਿੰਗ ਆਪਾਂ ਨੇ ਰਾਈਟ ਕੋਸੈਟ ਬਣਾਉਣੇ ਨੇ। ਇਹ ਬਣ ਗਏ, ਉਹਨਾਂ ਸਾਰਿਆਂ ਵਿੱਚ ਕੀ ਪਾਣਾ ਆਪਾਂ ਨੇ, यूनियन। ਮੈਥਮੈਟਿਕਲ ਸਿੰਬਲ ਦਾ ਫਾਇਦਾ ਇਦਾਂ ਹੁੰਦਾ, ਮੈਥਮੈਟਿਕਲ ਸਿੰਬਲ ਦਾ ਕਿ ਲਿਖਣਾ ਸੌਖਾ ਹੋ ਜਾਂਦਾ। ਫਿਰ ਆਹ ਚ ਲਿਖਾਂਗੇ, ਗੱਲ ਦੋਨਾਂ ਦਾ ਮੀਨਿੰਗ ਸੇਮ ਹੀ ਹੈ, ਦੋਨਾਂ ਦਾ ਮੀਨਿੰਗ ਸੇਮ ਹੀ ਹੈ। तो मैं आह तरीका यूज करन लग्या हैगा जी। आपने की शो करना हैगा, मतलब आप लेट कर लाने, लेट ए कोई जनरल एलीमेंट तो आप शो करना जी ग्रुप के बराबर होगा यूनियन ऑफ ऑल राइट कोसेट्स ऑफ एच इन जी। आ शो करना जो प्रूफ करन लगे जी, पूरा प्रूफ देख लियो। लेट किता, लेट ए कोई भी जनरल एलीमेंट आ जी विचों, दैन ए की होगा यू, ए बिलोंग्स टू जी, एच ए होगा इज यूनियन ऑफ ऑल राइट कोसेट्स ऑफ एच इन। ये हुणे सिंपल पिछे आपने देखिया ध्यान नाल।
वी आर टू प्रूव दैट, की प्रूव करना आपां ने जी, आपां प्रूव करना है कि जो ग्रुप होगा वो यूनियन ऑफ ऑल राइट कोसेट्स ऑफ एच इन जी दे बराबर हो। जे लैफ्ट कोसेट वाली करनी है तुसीं आप ट्राई कर लियो, बस लैफ्ट कोसेट आएंगे इत्थे ए एच आ जाए, क्योंकि पेपर थ्योरम इदां भी आ सकती है कि लैफ्ट कोसेट शो करो, उस लैफ्ट वास्ते ही करना पैना, इस करके नोट्स बनाओगे ਉਹਦੇ ਵਿੱਚ ਲੈਫਟ ਵਾਲਾ ਪਾर्ट भी आप कर लियो। ਇਹ ਸ਼ੋ ਕਰਨਾ, ਇਹ ਉਦੋਂ ਸ਼ੋ ਕਰਾਂਗੇ ਕਿ ਇਹ ਦੋ ਸੈੱਟ ਆਪਾਂ ਇਕੁਅਲ ਕਿਵੇਂ ਸ਼ੋ ਕਰਨੇ ਆ। ਪਹਿਲਾਂ ਇਹਨੂੰ ਇਹਦਾ ਸਬਸੈਟ ਸ਼ੋ ਕਰਾਂਗੇ, ਫਿਰ ਇਹਨੂੰ ਇਹਦਾ ਸਬਸੈਟ ਸ਼ੋ ਕਰਾਂਗੇ। ਪਹਿਲਾਂ G ਨੂੰ ਸ਼ੋ ਕਰ ਰਹੇ ਆ ਆਪਾਂ ਸਬਸੈਟ ਆਫ ਦਿਸ। ਸਬਸੈਟ ਕਿਵੇਂ ਸ਼ੋ ਕਰਨਾ ਹੁੰਦਾ ਇਹ ਵੀ ਬਹੁਤ ਵਾਰੀ ਕਰ ਚੁੱਕੇ ਆ ਆਪਾਂ। ਪਹਿਲਾਂ X G ਚ ਮੰਨਣਾ ਹੈ ਕੋਈ ਐਲੀਮੈਂਟ, ਜੇ X ਆਪਾਂ G ਚ ਮੰਨਾਂਗੇ ਤਾਂ ਉਹ X ਜਿਹੜਾ ਹੈਗਾ ਆਪਾਂ ਇਹਦੇ ਵਿੱਚ ਲੈ ਕੇ ਆਣਾ ਸੈੱਟ ਵਿੱਚ, ਫਿਰ ਇਹਦੇ ਐਲੀਮੈਂਟ ਇਹਦੇ ਵਿੱਚ ਆ ਗਏ, ਫਿਰ ਇਹ ਸਬਸੈਟ ਆਫ ਦਿਸ ਬਣ ਜਾਏਗਾ। ਇਹ ਪਹਿਲਾਂ ਕਰਦੇ ਆ ਰਹੇ। ਜੇ ਨਹੀਂ ਧਿਆਨ ਜੋ ਪਿਛਲੇ ਲੈਕਚਰ ਨੇ ਉਹ ਸਮਝਾਇਆ ਹੈ ਪ੍ਰੋਪਰ ਕਿ ਇਦਾਂ ਕਿਉਂ ਕਰਦੇ ਹੁੰਦੇ ਆ, ਉਹ ਧਿਆਨ ਨਾਲ ਦੁਬਾਰਾ ਸੁਣ ਲਿਓ। X G ਵਿੱਚ ਆ ਰਿਹਾ, ਜੇ X G ਵਿੱਚ ਆ ਰਿਹਾ ਤਾਂ ਦੇਖੋ ਧਿਆਨ ਨਾਲ, ਆਲਸੋ E ਵੀ ਪੱਕਾ H ਚ ਹੋਊਗਾ, ਕਿਉਂ? ਬਿਕੋਜ਼ H ਕੀ ਹੈ, ਸਬ ਗਰੁੱਪ ਆਫ G ਹੈ, ਐਂਡ E ਕੀ ਹੈ, A is identity in H, ਇਹ H ਦੀ ਮੰਨੀ ਆਇਡੈਂਟੀਟੀ। ਜੇ H ਦੇ ਐਲੀਮੈਂਟਸ ਨੂੰ ਆਪਾਂ ਪ੍ਰੀ ਮਲਟੀਪਲਾਈ ਕਰ ਦਈਏ X ਨਾਲ, ਜਾਂ ਐਂ ਕਰੋ, ਇਹ ਛੱਡ ਦੋ, ਇਹਦੇ ਵਿੱਚ ਇਹ ਰਾਈਟ ਕੋਸੈਟ ਚ ਐਲੀਮੈਂਟ ਕਿਹੜੇ ਆਉਣਗੇ ਜੋ H ਦੇ ਐਲੀਮੈਂਟ X ਨਾਲ ਪੋਸਟ ਮਲਟੀਪਲਾਈ ਨੇ। ਜੋ H ਦੇ ਐਲੀਮੈਂਟ ਨੂੰ ਆਪਾਂ X ਨਾਲ ਪੋਸਟ ਮਲਟੀਪਲਾਈ ਕਰਾਂਗੇ, ਸਾਰੇ ਐਲੀਮੈਂਟ ਕਿਹਦੇ ਵਿੱਚ ਆਣਗੇ, ਰਾਈਟ ਕੋਸੈਟ ਆਫ H ਚ। ਇਹ H ਦਾ ਐਲੀਮੈਂਟ ਪੋਸਟ ਮਲਟੀਪਲਾਈ ਕੀਤਾ ਆਪਾਂ X ਨਾਲ, ਇਹ ਫਿਰ ਪੱਕਾ ਇਹਦੇ ਵਿੱਚ ਆਏਗਾ। ਤਾਂ ਦਿਸ ਇੰਪਲਾਈਜ਼ X ਕਿਹਦੇ ਵਿੱਚ ਆ ਗਿਆ, HX। ਹੁਣ ਅੱਗੇ ਗੱਲ ਸਮਝਣ ਵਾਲੀ ਹੈ, ਦੇਖੋ ਸਮਝ ਆਉਂਦਾ ਜੀ, ਜੇ ਸਮਝ ਆ ਗਿਆ ਚੰਗੀ ਗੱਲ ਆ, ਜੇ ਨਹੀਂ ਸਮਝਿਆ ਆਪਾਂ ਉਹ ਦੇਖਾਂਗੇ ਕਿ ਇਹ ਤੋਂ ਬਾਅਦ ਆਪਾਂ ਆਹ ਲਿਖਤਾ ਯੂਨੀਅਨ। ਜੇ X ਇਹਦੇ ਵਿੱਚ ਆ ਰਿਹਾ ਤਾਂ X ਪੱਕਾ ਯੂਨੀਅਨ ਦੇ ਵਿੱਚ ਆਊਗਾ ਹੀ ਆਊਗਾ। ਦੇਖੋ ਗੱਲ ਸਮਝ ਆ ਰਹੀ ਹੈਗੀ ਆ, ਤੇ ਮੈਂ ਦੱਸਦਾ ਕਿਵੇਂ ਹੈਗੀ ਹੈ, ਬਾਕੀ ਤੁਸੀਂ ਦੇਖ ਲਿਓ। ਜੇ ਸਮਝ ਆ ਗਿਆ ਚੰਗੀ ਗੱਲ, ਜੇ ਨਹੀਂ ਸਮਝ ਆਇਆ ਦੇਖ ਲਓ। ਇਹ ਸਮਝ ਤਾਂ ਆਊਗਾ ਜੀ ਜੇ ਤੁਹਾਨੂੰ ਆਹ ਪਤਾ ਲੱਗ ਗਿਆ, ਸਮਝ ਆ ਗਿਆ ਕਿ ਇਹ ਹੈ ਕੀ ਹੈ। ਜਿੰਨੇ ਵੀ ਰਾਈਟ ਕੋਸੈਟ ਨੇ ਉਹਨਾਂ ਸਾਰਿਆਂ ਦੀ ਕੀ ਹੈ, ਯੂਨੀਅਨ। ਯੂਨੀਅਨ ਦਾ ਮਤਲਬ ਕੀ ਹੁੰਦਾ, ਜਿਵੇਂ A ਵਿੱਚ ਹੈਗਾ 1 2 3, B ਵਿੱਚ ਹੈਗਾ 2 3 4, ਤਾਂ ਯੂਨੀਅਨ ਦੇ ਵਿੱਚ ਕੀ ਹੁੰਦਾ ਹੈਗਾ, ਉਹਦੇ ਵਿੱਚ A ਦੇ ਐਲੀਮੈਂਟ ਵੀ ਹੋਣਗੇ ਸਾਰੇ, B ਦੇ ਵੀ, ਦੋਨਾਂ ਦੇ ਐਲੀਮੈਂਟ ਆਉਣਗੇ, ਸਾਰੇ ਐਲੀਮੈਂਟ ਆਉਣਗੇ। ਕਾਮਨ ਆਪਾਂ ਇੱਕ ਵਾਰੀ ਪਾਣਾ ਹੁੰਦਾ, A ਦੇ ਵੀ ਸਾਰੇ ਦੇ ਵਿੱਚ ਹੋਣਗੇ, B ਦੇ ਵੀ ਸਾਰੇ ਦੇ ਵਿੱਚ ਹੋਣਗੇ। ਇਹ ਯੂਨੀਅਨ ਕਿਹਦਾ, ਰਾਈਟ, ਸਾਰੇ ਰਾਈਟ ਕੋਸੈਟ ਦਾ, ਸਾਰੇ ਮਤਲਬ AX ਜਿੰਨੇ ਵੀ ਐਲੀਮੈਂਟ G ਵਿੱਚ ਨੇ ਉਹਨਾਂ ਸਾਰਿਆਂ ਦਾ ਰਾਈਟ ਕੋਸੈਟ ਦਾ ਕੀ ਹੈ, ਯੂਨੀਅਨ। ਮਤਲਬ ਫਿਰ ਜੇ ਰਾਈਟ ਕੋਸੈਟ ਦਾ ਯੂਨੀਅਨ ਹੈਗਾ, ਗੌਰ ਨਾਲ ਦੇਖਿਓ, ਤਾਂ ਐਲੀਮੈਂਟ ਕਿਹੜੇ ਇਹਦੇ ਵਿੱਚ, ਐਲੀਮੈਂਟ ਕਿਹੜੇ ਆਉਣਗੇ ਇਹਨਾਂ ਵਿੱਚ, ਜਿੰਨੇ ਵੀ ਯੂਨੀਅਨ ਚ ਕੀ ਹੁੰਦੇ ਨੇ, ਸਾਰੇ ਐਲੀਮੈਂਟ ਪਾਉਣੇ ਹੁੰਦੇ, ਸਾਰੇ ਐਲੀਮੈਂਟ ਜਿੰਨੇ ਵੀ ਰਾਈਟ ਕੋਸੈਟ ਨੇ ਉਹ ਸਾਰੇ ਦੇ ਐਲੀਮੈਂਟ ਇਹਦੇ ਵਿੱਚ ਹੋਣਗੇ। ਕਿਉਂ? ਕਿਉਂਕਿ ਇਹ ਯੂਨੀਅਨ ਕੀ ਹੈਗਾ, ਸਾਰੇ ਰਾਈਟ ਕੋਸੈਟਾਂ ਦਾ, ਤਾਂ ਸਾਰੇ ਰਾਈਟ ਕੋਸੈਟਾਂ ਦੇ ਐਲੀਮੈਂਟ ਇਹਦੇ ਵਿੱਚ ਆਉਣਗੇ। ਇਹਦੇ ਵਿੱਚ ਸਾਰੇ ਰਾਈਟ ਕੋਸੈਟ ਦੇ ਐਲੀਮੈਂਟ ਆਉਣਗੇ ਜੀ। ਫਿਰ ਇਹਦਾ ਐਲੀਮੈਂਟ ਵੀ ਤੇ ਇਹਦੇ ਵਿੱਚ ਆਉਣਗੇ ਸਾਰੇ, ਇਹ ਵੀ ਤਾਂ ਰਾਈਟ ਕੋਸੈਟ ਹੀ ਹੈ। ਸਾਰੇ ਰਾਈਟ ਕੋਸੈਟ ਦੇ ਐਲੀਮੈਂਟ ਇਹਦੇ ਵਿੱਚ ਆਉਣਗੇ, ਤਾਂ ਇਹਦੇ ਐਲੀਮੈਂਟ ਵੀ ਇਹਦੇ ਵਿੱਚ ਹੋਣਗੇ। ਤਾਂ X ਵੀ X ਇਹਦੇ ਵਿੱਚ ਹੀ ਹੈ, ਤਾਂ X ਵੀ ਤੇਰੇ ਵਿੱਚ ਹੀ ਹੋਊਗਾ। ਜੇ X ਇਹਦੇ ਵਿੱਚ ਹੋਊਗਾ ਤਾਂ ਆਪਾਂ ਕਹਿ ਸਕਦੇ ਹਾਂ ਕਿ X ਇਹਦੇ ਵਿੱਚ ਹੈ। ਇਹ ਰਫ ਕੰਮ ਸੀਗਾ ਜੀ। ਤਾਂ ਇਹਦੇ ਵਿੱਚ ਮੰਨ ਕੇ ਚ ਪ੍ਰੂਵ ਕਰਤਾ, ਦੇਅਰਫੋਰ ਕੀ ਹੋ ਗਿਆ, G is subset of union of all right coset of A in G, H in G।
ये आपां नंबरिंग वन ले। ये पहला पार्ट अपना शो हो गया जी। दूजा पार्ट करन लगे इस तो बाद। और दूजा पार्ट है देखो हुण ए नूं इहदा सबसेट शो कर। ਇਹ ਕਿਵੇਂ ਕਰ ਰਹੇ ਹੋ ਦੇਖੋ ਧਿਆਨ ਨਾਲ। ਸੋ ਲੈਟ ਕਰ ਲਿਆ ਆਪਾਂ ਨੇ x, ਥੋੜੀ ਸਟਾਰਟਿੰਗ ਦੇਖਣੀ ਆਪਾਂ। ਵੈਸੇ ਸਟਾਰਟਿੰਗ ਆਪਾਂ ਇਦਾਂ ਕਰਨੀ ਸੀ ਜੀ, a belongs to g h a, ਇਹ ਸਮਝਣਾ ਧਿਆਨ ਨਾਲ। ਇਹਦੇ ਵਿੱਚ ਮੰਨ ਕੇ ਫਿਰ ਆਪਾਂ ਨੇ ਇਹਦੇ ਵਿੱਚ ਸ਼ੋ ਕਰਨਾ ਸੀ, ਫਿਰ this is subset of this ਹੋ ਜਾਏਗੀ, ਉਹ ਪ੍ਰੂਫ ਹੋ ਜਾਏਗਾ। ਇੱਥੇ ਥੋੜੀ ਜਿਹੀ ਪ੍ਰੋਬਲਮ ਆਊਗੀ ਆਪਾਂ ਨੂੰ ਇਸ ਤੋਂ ਬਾਅਦ ਕਿ ਇਹ ਆਪਾਂ ਅੱਗੇ ਕਿਵੇਂ ਕੰਟੀਨਿਊ ਕਰਾਂਗੇ। ਜੇ ਕੋਈ ਐਲੀਮੈਂਟ ਯੂਨੀਅਨ ਦੇ ਵਿੱਚ ਆ ਰਿਹਾ ਤਾਂ ਕੀ ਕਹਾਂਗੇ ਆਪਾਂ ਇੱਥੋਂ। ਜੇ ਕੋਈ ਐਲੀਮੈਂਟ ਯੂਨੀਅਨ ਦੇ ਵਿੱਚ ਆ ਰਿਹਾ ਹੈਗਾ, ਅੱਗੇ ਥੋੜਾ ਔਖਾ ਹੋ ਜਾਏਗਾ ਕਿਵੇਂ ਪ੍ਰੂਵ ਕਰਾਂਗੇ ਆਪਾਂ। ਜੇ ਯੂਨੀਅਨ ਦੇ ਵਿੱਚ ਐਲੀਮੈਂਟ ਆ ਰਿਹਾ ਹੈਗਾ, 1 ਚ ਵੀ ਆ ਸਕਦਾ, 2 ਚ ਵੀ ਆ ਸਕਦਾ, 3 ਚ ਵੀ ਆ ਸਕਦਾ, 4 ਚ ਵੀ ਆ ਸਕਦਾ, ਕੁਝ ਵੀ ਕਨਫਰਮ ਜਿਹਾ ਨਹੀਂ ਹੈਗਾ। ਤਾਂ ਇਦਾਂ ਸਟਾਰਟ ਕਰ ਰਹੇ ਜੀ। ਪਹਿਲਾਂ ਸਟਾਰਟਿੰਗ ਧਿਆਨ ਰੱਖਣੀ ਹੈ। ਲੈਟ ਕੀਤਾ x belongs to h a, ਯੂਨੀਅਨ ਬਾਅਦ ਚ ਲਵਾਂਗੇ ਵੇਅਰ a ਕਿਹਦੇ ਵਿੱਚ ਲਿਆ ਆਪਾਂ ਨੇ g ਵਿੱਚ। ਸੋ ਦੇਖੋ ਜੇ x h a ਵਿੱਚ ਆ ਰਿਹਾ ਹੈਗਾ ਤਾਂ x ਕੀ ਹੋਊਗਾ, ਪੱਕਾ h1 a ਦੀ ਫਾਰਮ ਦਾ ਹੋਊਗਾ ਫॉर ਸਮ, ਜਾਂ h a ਪਾ ਲਓ ਵੇਅਰ h ਕਿਹਦੇ ਵਿੱਚ h ਚ। ਨਾਓ h ਮੰਨਿਆ ਇਹ ਸਬਸੈਟ ਆਫ g ਆ, ਤਾਂ ਦਿਸ ਇੰਪਲਾਈਜ਼ h ਪੱਕਾ g ਚ ਹੋਊਗਾ, a ਪੱਕਾ g ਚ ਮੰਨਿਆ ਹੋਇਆ। ਤਾਂ ਇਹਨਾਂ ਦੋਨਾਂ ਦੀ ਪ੍ਰੋਡਕਟ ਜੋ ਆਊਗੀ ਉਹ ਵੀ ਪੱਕਾ g ਚ ਹੋਊਗੀ, ਕਲੋਜ਼ਰ ਪ੍ਰੋਪਰਟੀ ਹੈ, ਬਿਕੋਜ਼ ਬਾय ਕਲੋਜ਼ਰ ਪ੍ਰੋਪਰਟੀ ਇਹ ਪੱਕਾ g ਚ ਆਊਗੀ। ਇਸ ਕਰਕੇ ਕੀ ਸ਼ੋ ਹੋ ਗਿਆ therefore, ਇਹਦੇ ਵਿੱਚ ਮੰਨਿਆ ਇਹ ਚ ਸ਼ੋ ਹੋ ਗਿਆ therefore h a ਸਬਸੈਟ ਆਫ g ਹੋ ਗਿਆ। ਹੁਣ ਸਮਝਣਾ ਧਿਆਨ ਨਾਲ ਕੀ ਮਤਲਬ ਬਣੇ। ਇਹ ਕੋਈ ਜਨਰਲ ਰਾਈਟ ਕੋ ਸੈਟ ਲਿਆ ਆਪਾਂ ਨੇ, ਧਿਆਨ ਰੱਖਣਾ ਜੀ। ਇਸ ਤੋਂ ਬਾਅਦ ਇਹ ਨਹੀਂ ਪ੍ਰੂਵ ਕਰਨਾ, ਆਪਾਂ ਤਾਂ ਆਹ ਚੀਜ਼ ਪ੍ਰੂਵ ਕਰਨੀ ਹੈ। ਆਪਾਂ ਤਾਂ ਇਹ ਚੀਜ਼ ਪ੍ਰੂਵ ਕਰਨੀ ਹੈ। ਅੱਗੇ ਸਟੈਪ ਦੇਖਿਓ ਧਿਆਨ ਨਾਲ ਫਿਰ ਕਿਵੇਂ ਆਊਗਾ। ਇਹ a ਕੀ ਮੰਨਿਆ ਆਪਾਂ ਨੇ, ਵੇਅਰ ਪਾਇਆ ਹੈਗਾ, ਇਹ ਜਨਰਲ ਐਲੀਮੈਂਟ। ਜੇ ਜਨਰਲ ਐਲੀਮੈਂਟ ਲਿਆ ਆਪਾਂ ਨੇ g ਵਿੱਚ ਤਾਂ ਇਹ ਕੀ ਬਣ ਗਿਆ ਆਪਣੇ ਕੋਲ, ਜਨਰਲ ਰਾਈਟ ਕੋ ਸੈਟ। ਇਹ ਵਰਡ ਧਿਆਨ ਰੱਖਣਾ ਜੀ। ਜੇ ਇਹ ਜਨਰਲ ਰਾਈਟ ਕੋ ਸੈਟ ਆ, ਜੇ ਜਨਰਲ ਰਾਈਟ ਕੋ ਸੈਟ, ਜਨਰਲ ਵਰਡ ਸਾਰਿਆਂ ਵਾਸਤੇ ਹੁੰਦਾ, ਜੇ ਜਨਰਲ ਰਾਈਟ ਕੋ ਸੈਟ g ਵਿੱਚ ਆ ਰਿਹਾ ਤਾਂ ਮਤਲਬ ਕੀ ਬਣ ਗਿਆ, ਸਾਰੇ g ਚ ਆ ਰਹੇ ਰਾਈਟ ਕੋ ਸੈਟ। ਧਿਆਨ ਰੱਖੋ, ਸਮਝ ਆ ਜਾਊਗਾ ਸਾਰਾ। ਜਿੰਨੇ ਵੀ ਰਾਈਟ ਕੋ ਸੈਟ ਬਣਾਓਗੇ ਉਹਦਾ ਮਤਲਬ ਕੀ ਹੁੰਦਾ ਕਿ h ਇਹੀ ਪ੍ਰੂਵ ਕੀਤਾ ਸਾਰਾ ਆਪਾਂ ਨੇ ਕਿ h ਦੇ ਐਲੀਮੈਂਟ ਨੂੰ g ਨਾਲ ਮਲਟੀਪਲਾਈ ਕਰਨਾ ਤਾਂ ਰਾਈਟ ਕੋ ਸੈਟ ਬਣੇਗਾ। h ਦੇ ਐਲੀਮੈਂਟ g ਵਿੱਚ ਹੀ ਹੋਣਗੇ ਤਾਂ g ਦੇ ਐਲੀਮੈਂਟ g ਨਾਲ ਮਲਟੀਪਲਾਈ ਹੋ ਗਏ ਤਾਂ ਸਾਰੇ ਪੱਕਾ g ਚ ਹੀ ਆਉਣਗੇ। ਇਹੀ ਪ੍ਰੂਵ ਕੀਤਾ ਸਾਰਾ ਆਪਾਂ ਉੱਪਰ। ਮਤਲਬ ਜੇ ਕੋਈ ਜਨਰਲ ਰਾਈਟ ਕੋ ਸੈਟ g ਵਿੱਚ ਆ ਰਿਹਾ, ਇਹ ਜਨਰਲ ਲਿਆ ਆਪਾਂ, ਤੇਰਾ ਮਤਲਬ ਕੀ ਬਣ ਗਿਆ, ਸਾਰੇ ਰਾਈਟ ਕੋ ਸੈਟ g ਚ ਹੋਣਗੇ। ਜੇ ਸਾਰੇ ਰਾਈਟ ਕੋ ਸੈਟ g ਵਿੱਚ ਨੇ, ਮਤਲਬ ਸਾਰੇ ਰਾਈਟ ਕੋ ਸੈਟ ਦੇ ਐਲੀਮੈਂਟ g ਚ ਆਉਣਗੇ। ਦੇਖੋ ਧਿਆਨ ਨਾਲ, ਜਿਵੇਂ ਆਪਾਂ g ਕੋਈ ਲੈ ਲਿਆ 1 2 3 4 5, ਕੀ a ਦੇ ਐਲੀਮੈਂਟ g ਚ ਹੈਗੇ ਨੇ ਜੀ, ਹੈਗੇ ਨੇ। ਕੀ b ਦੇ ਐਲੀਮੈਂਟ g ਚ ਹੈਗੇ ਨੇ, ਇਹ ਵੀ ਹੈਗੇ ਨੇ। ਜੇ a ਦੇ ਐਲੀਮੈਂਟ ਸਾਰੇ g ਚ ਆ ਰਹੇ ਨੇ, b ਦੇ ਸਾਰੇ g ਚ ਆ ਰਹੇ ਨੇ, ਯੂਨੀਅਨ ਚ ਐਲੀਮੈਂਟ ਕਿਹੜੇ ਹੋਣਗੇ, a ਤੇ b ਦੇ ਐਲੀਮੈਂਟ ਨੇ। a ਦੇ ਵੀ b ਚ ਆ ਰਹੇ ਨੇ ਪੱਕਾ, b ਦੇ ਵੀ g ਚ ਆ ਰਹੇ ਨੇ,
ਤਾਂ ਯੂਨੀਅਨ ਕਰਾਂਗੇ ਉਹ ਐਲੀਮੈਂਟ ਵੀ ਪੱਕਾ ਜੀ ਚ ਹੀ ਹੋਣਗੇ। ਇਹ ਜਿਹੜਾ ਕੋਈ ਆਪਾਂ ਐਕਸਟਰਾ ਐਲੀਮੈਂਟ ਪਾਇਆ, ਆਪਾਂ ਐਲੀਮੈਂਟ ਤਾਂ ਆਹੀ ਪਾਏ ਨੇ। ਜੇ ਜਨਰਲ ਰਾਈਟ ਕੋਸੈਟ ਦੇ ਧਿਆਨ ਨਾਲ ਸੁਣ ਲਿਓ ਤੇ ਲਿਖ ਲਿਓ, ਜੇ ਜਨਰਲ ਰਾਈਟ ਕੋਸੈਟ ਦੇ ਐਲੀਮੈਂਟ ਜੀ ਚ ਆ ਰਹੇ ਨੇ ਤਾਂ ਮਤਲਬ ਕੀ ਬਣ ਗਿਆ, ਸਾਰੇ ਰਾਈਟ ਕੋਸੈਟ ਦੇ ਐਲੀਮੈਂਟ ਜੀ ਵਿੱਚ ਨੇ। ਇਹ ਕੀ ਆ, ਇਹ ਸਾਰੇ ਰਾਈਟ ਕੋਸੈਟ ਦਾ ਯੂਨੀਅਨ ਆ, ਇਹ ਸਾਰੇ ਰਾਈਟ ਕੋਸੈਟ ਦਾ ਯੂਨੀਅਨ ਹੈਗਾ। ਜੇ ਸਾਰੇ ਰਾਈਟ ਕੋਸੈਟ ਦੇ ਐਲੀਮੈਂਟ ਜੀ ਵਿੱਚ ਆ ਰਹੇ ਨੇ ਤਾਂ ਯੂਨੀਅਨ ਦੇ ਐਲੀਮੈਂਟ ਵੀ ਪੱਕਾ ਜੀ ਚ ਹੀ ਹੋਣਗੇ। ਤੇ ਇਹ ਚ ਕਿਹੜਾ ਕੋਈ ਆਪਾਂ ਐਕਸਟਰਾ ਐਲੀਮੈਂਟ ਪਾਇਆ ਜੀ, ਯੂਨੀਅਨ ਦੇ ਵਿੱਚ ਇਹੀ ਐਲੀਮੈਂਟ ਪਾਏ ਨੇ ਆਪਾਂ ਨੇ, ਇਹ ਸਾਰੇ ਜੀ ਚ ਨੇ ਤਾਂ ਆ ਵੀ ਪੱਕਾ ਜੀ ਚ ਹੋਣਗੇ। ਤਾਂ ਇਹਦੇ ਵਿੱਚ ਕਿਹੜੇ ਐਲੀਮੈਂਟ ਪਾਏ ਨੇ ਆਪਾਂ ਨੇ, ਰਾਈਟ ਕੋਸੈਟ ਦੇ ਐਲੀਮੈਂਟ ਪਾਏ ਨੇ, ਉਹ ਸਾਰੇ ਐਲੀਮੈਂਟ ਕਿਹਦੇ ਵਿੱਚ ਨੇ, ਜੀ ਚ ਨੇ, ਤਾਂ ਇਹਦੇ ਐਲੀਮੈਂਟ ਪੱਕਾ ਕਿਹਦੇ ਵਿੱਚ ਹੋਣਗੇ, ਜੀ ਚ ਹੋਣਗੇ। ਇਹ ਸਿੱਧਾ ਹੀ ਲਿਖਣਾ ਆਪਾਂ ਨੇ। ਸਿੱਧਾ ਕਿਉਂ ਕਹਿ ਰਹੇ ਹਾਂ, ਕਿਉਂਕਿ ਜੋ ਤੁਹਾਨੂੰ ਕਨਸੈਪਟ ਸਮਝਾਇਆ ਹੈਗਾ ਇਹ +1 ਦਾ ਕਨਸੈਪਟ ਆ। ਤੁਸੀਂ ਕਹੋਗੇ ਕਿ ਇਹਦਾ ਔਖਾ ਜਿਹਾ ਕਨਸੈਪਟ ਲੱਗ ਰਿਹਾ, ਪਰ ਇਹ +1 ਦਾ ਕਨਸੈਪਟ ਆ। ਜੇ ਐਲੀਮੈਂਟ ਜੀ ਵਿੱਚ ਆ ਰਹੇ ਨੇ, ਸੈੱਟ ਦੇ ਐਲੀਮੈਂਟ ਜੀ ਵਿੱਚ ਆ ਰਹੇ ਨੇ, ਤਾਂ ਉਹਨਾਂ ਯੂਨੀਅਨ ਕਰਾਂਗੇ ਉਹ ਐਲੀਮੈਂਟ ਪੱਕਾ ਜੀ ਚ ਹੋਣਗੇ। ਇਹ +1 ਦਾ ਕਨਸੈਪਟ ਆ ਤੇ ਛੋਟੀ ਕਲਾਸ ਦੇ ਕਨਸੈਪਟ ਲੋੜ ਨਹੀਂ ਹੈਗੀ ਲਿਖਣ ਦੀ। ਤਾਂ ਫਰੋਮ 1 and 2 ਲਿਆ ਆਪਾਂ ਨੇ, ਤਾਂ ਇਥੋਂ ਕੀ ਹੋ ਗਿਆ, G is equals to union of all right cosets of H in G। ਇਹ ਥਿਓਰਮ ਵੀ ਕਾਫੀ ਇੰਪੋਰਟੈਂਟ ਸਟੇਟਮੈਂਟ ਆ, ਯਾਦ ਰੱਖਣੀਆਂ ਨੇ ਜੀ। ਸੋ ਬਾਕੀ ਫਿਰ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ ਜੀ। ਇਹਦੇ ਰਿਗਾਰਡਿੰਗ ਕੋਈ ਪ੍ਰੋਬਲਮ ਹੋਈ ਤਾਂ ਤੁਸੀਂ ਪੁੱਛ ਸਕਦੇ ਹੈਗੇ। ਥੈਂਕ ਯੂ।